ਸਤਿ ਸ਼੍ਰੀ ਅਕਾਲ। ਮੈਂ ਅਮਨਦੀਪ ਕੌਰ, ਵੋਕੇਸ਼ਨਲ ਟ੍ਰੇਨਰ ਐਗਰੀਕਲਚਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ, ਸ਼੍ਰੀ ਮੁਕਤਸਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਪਿਛਲੇ 6 ਸਾਲਾਂ ਤੋਂ ਬਤੌਰ ਵੋਕੇਸ਼ਨਲ ਟ੍ਰੇਨਰ ਐਗਰੀਕਲਚਰ ਵਜੋਂ ਨਿਭਾ ਰਹੀ ਹਾਂ। ਪਿਆਰੇ ਬੱਚਿਓ, ਅੱਜ ਮੈਂ ਤੁਹਾਡੇ ਨਾਲ ਜਿਸ ਟੌਪਿਕ ਬਾਰੇ ਡਿਸਕਸ ਕਰਨ ਜਾ ਰਹੀ ਹਾਂ ਉਹ ਹੈ ਸਮਾਲ ਪੋਲਟਰੀ ਫਾਰਮਰ, ਜੋ ਕਿ ਤੁਹਾਡਾ ਜੌਬ ਰੋਲ ਹੈ 11ਵੀਂ ਅਤੇ 12ਵੀਂ ਕਲਾਸ ਦਾ। ਅੱਜ ਦੇ ਇਸ ਟੌਪਿਕ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਤੁਸੀਂ ਕਿਸ ਤਰੀਕੇ ਦੇ ਹੁਨਰ ਇਸ ਜੌਬ ਰੋਲ ਦੇ ਰਾਹੀਂ ਸਿੱਖ ਸਕਦੇ ਹੋ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਇਸ ਜੌਬ ਰੋਲ ਦੇ ਰਾਹੀਂ ਤੁਸੀਂ ਇੱਕ ਚੰਗਾ ਰੋਜ਼ਗਾਰ ਜੋ ਹੈ ਪ੍ਰਾਪਤ ਕਰ ਸਕਦੇ ਹੋ। ਤਾਂ ਆਓ ਡਿਸਕਸ ਕਰਦੇ ਹਾਂ। ਪਹਿਲਾਂ ਕੁਝ ਅਜਿਹੀਆਂ ਗੱਲਾਂ ਬਾਰੇ ਆਪਾਂ ਚਰਚਾ ਕਰਾਂਗੇ ਜੋ ਤੁਸੀਂ ਇਸ ਜੌਬ ਰੋਲ ਦੇ ਵਿੱਚ ਪੜ੍ਹੀਆਂ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪੋਲਟਰੀ ਪਾਲਣ ਹੁੰਦਾ ਕੀ ਹੈ। ਇਹ ਇੱਕ ਅਜਿਹੀ ਵਿਵਸਥਾ ਹੁੰਦੀ ਹੈ ਜਿਸ ਵਿੱਚ ਮੁਰਗੀਆਂ, ਬੱਤਕਾਂ ਜਾਂ ਆਦਿ ਪੰਛੀਆਂ ਨੂੰ ਮੀਟ ਅਤੇ ਆਂਡੇ ਦੇ ਪਰਪਸ ਲਈ ਪਾਲਿਆ ਜਾਂਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਪੜ੍ਹਾਇਆ ਗਿਆ ਹੈ ਕਿ ਬਲਾਈਲਰ ਕੀ ਹੁੰਦੇ ਹਨ। ਬਲਾਈਲਰ ਉਹ ਪੰਛੀ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਸਿਰਫ ਤੇ ਸਿਰਫ ਮੀਟ ਦੇ ਪਰਪਸ ਲਈ ਹੀ ਆਪਾਂ ਕਰਦੇ ਹਾਂ। ਇਹ ਆਪਣੇ 6 ਤੋਂ 8 ਹਫ਼ਤਿਆਂ ਤੋਂ ਬਾਅਦ ਮੀਟ ਦੇ ਉਦੇਸ਼ ਲਈ ਮੰਡੀਆਂ ਦੇ ਵਿੱਚ ਵੇਚੇ ਜਾਂਦੇ ਹਨ। ਇਸ ਤੋਂ ਇਲਾਵਾ ਹੁੰਦੇ ਹਨ ਲੇਅਰ, ਜੋ ਕਿ ਆਪਣੇ 21ਵੇਂ ਹਫ਼ਤੇ ਤੋਂ ਲੈ ਕੇ 72 ਹਫ਼ਤਿਆਂ ਦੀ ਉਮਰ ਦੇ ਦੌਰਾਨ ਜੋ ਹੈ ਆਂਡੇ ਦਿੰਦੀਆਂ ਹਨ। ਲੇਅਰ ਦੋ ਤਰੀਕੇ ਦੀਆਂ ਹੁੰਦੀਆਂ ਹਨ, ਚਿੱਟੇ ਆਂਡੇ ਦੇਣ ਵਾਲੀਆਂ ਲੇਅਰ ਅਤੇ ਭੂਰੇ ਆਂਡੇ ਦੇਣ ਵਾਲੀਆਂ ਲੇਅਰ। ਚਿੱਟੇ ਆਂਡੇ ਦੇਣ ਵਾਲੀਆਂ ਜੋ ਲੇਅਰ ਹੈ ਉਹ ਸਾਈਜ਼ ਦੀਆਂ ਛੋਟੀਆਂ ਹੁੰਦੀਆਂ ਹਨ ਅਤੇ ਘੱਟ ਖੁਰਾਕ ਖਾਂਦੀਆਂ ਹਨ। ਇਹਨਾਂ ਦੀ ਜਿਹੜੀ ਸ਼ੈੱਲ ਦਾ, ਆਂਡੇ ਦੀ ਸ਼ੈੱਲ ਦਾ ਰੰਗ ਹੈ ਉਹ ਚਿੱਟਾ ਹੁੰਦਾ ਹੈ ਅਤੇ ਜੋ ਭੂਰੇ ਆਂਡੇ ਦੇਣ ਵਾਲੀਆਂ ਲੇਅਰ ਹੈ ਉਹਨਾਂ ਦੀ ਸ਼ੈੱਲ ਦਾ ਜੋ ਰੰਗ ਹੈ, ਆਂਡੇ ਦੀ ਸ਼ੈੱਲ ਦਾ ਰੰਗ ਉਹ ਕੀ ਹੈ, ਭੂਰਾ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਨਸਲਾਂ ਬਾਰੇ ਵੀ ਤੁਹਾਨੂੰ ਪੜ੍ਹਾਇਆ ਗਿਆ ਸੀ, ਜਿਵੇਂ ਕਿ ਅਸੀਲ, ਜੋ ਕਿ ਆਪਣੇ ਭਾਰਤ ਦੇ ਵਿੱਚ ਮੀਟ ਪਰਪਸ ਲਈ ਵਰਤੀ ਜਾਂਦੀ ਹੈ। ਚੰਟਾਵ ਹੋ ਗਈ, ਕੜਕਨਾਥ, ਜਿਹਨੂੰ ਕਿ ਆਮ ਸਥਾਨਕ ਲੋਕ ਕਦਾਰਨਾਥ ਦੇ ਨਾਮ ਨਾਲ ਵੀ ਜਾਂਦੇ ਹਨ, ਤੇ ਇਸ ਤੋਂ ਇਲਾਵਾ ਹੈ ਬਸਰਾ। ਨੈਕਸਟ, ਪੰਛੀਆਂ ਦੇ ਲਈ ਵੱਖ-ਵੱਖ ਤਰੀਕੇ ਦੀ ਜੋ ਖੁਰਾਕ ਹੈ ਇਹਨਾਂ ਨੂੰ ਪਾਈ ਜਾਂਦੀ ਹੈ। ਇਹ ਜੋ ਖੁਰਾਕ ਹੈ ਮੁੱਖ ਤੌਰ ਤੇ ਕੁਝ ਅਨਾਜ ਦੀ ਟੁੱਟ ਜਾਂ ਫਿਰ ਦਾਣੇ ਹੋ ਸਕਦੇ ਹਨ, ਜਿਵੇਂ ਕਿ ਮੱਕੀ, ਚਾਵਲ, ਜੌਂ, ਕਣਕ। ਇਸ ਤੋਂ ਇਲਾਵਾ ਮੁਰਗੀਆਂ ਨੂੰ ਜੋ ਹੈ ਪੰਛੀਆਂ ਦਾ ਜਾਂ ਫਿਸ਼ ਦਾ ਮੀਟ, ਮੱਛੀ ਦਾ ਮੀਟ ਜੋ ਹੈ ਉਹ ਵੀ ਭੋਜਨ ਵਜੋਂ ਪਾਇਆ ਜਾਂਦਾ ਹੈ। ਇਸ ਨਾਲ ਇਹਨਾਂ ਦੀ ਸਿਹਤ ਸੁਧਾਰ ਹੁੰਦਾ ਹੈ ਅਤੇ ਨਾਲ ਹੀ ਨਾਲ ਆਂਡਿਆਂ ਦੀ ਗੁਣਵੱਤਾ ਦੇ ਵਿੱਚ ਵੀ ਚੰਗਾ ਵਾਧਾ ਹੁੰਦਾ ਹੈ। ਨੈਕਸਟ, ਪੰਛੀਆਂ ਦੇ ਲਈ ਕੁਝ ਖਤਰੇ ਹੁੰਦੇ ਆ। ਪਿਆਰੇ ਬੱਚਿਓ, ਤੁਹਾਨੂੰ ਹਰ ਚੈਪਟਰ ਦੇ ਵਿੱਚ ਇਹਨਾਂ ਖਤਰਿਆਂ ਬਾਰੇ ਦੱਸਿਆ ਗਿਆ ਸੀਗਾ, ਜਿਵੇਂ ਕਿ ਉੱਚੀ ਆਵਾਜ਼ ਦਾ ਸਤਰ ਹੈ ਉਹ ਕੀ ਹੈ, ਆਂਡਿਆਂ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਦਾ ਹੈ। ਇਸ ਤੋਂ ਇਲਾਵਾ ਮਾਸਪੇਸ਼ੀਆਂ ਦੇ ਵਿੱਚ ਚੋਟ ਜਾਂ ਫਿਰ ਕੁਝ ਰਸਾਇਣਿਕ ਜੋ ਹੈ ਫਿਊਮੀਗੇਸ਼ਨਸ ਆਪਾਂ ਵਰਤਦੇ ਹਾਂ ਆਪਣੇ ਪੋਲਟਰੀ ਫਾਰਮ ਨੂੰ ਸ਼ੁੱਧ ਕਰਨ ਦੇ ਲਈ, ਉਹ ਵੀ ਕੀ ਹੈ ਇਹਨਾਂ ਦੇ ਉਤਪਾਦਨ ਤੇ ਭਾਰੀ ਅਸਰ ਪਾਉਂਦੀਆਂ ਹਨ। ਆਂਡੇ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਕਾਰਕਾਂ ਬਾਰੇ ਤੁਹਾਨੂੰ ਕਾਫੀ ਕੁਝ ਪੜ੍ਹਾਇਆ ਗਿਆ ਸੀ, ਜਿਵੇਂ ਕਿ ਪੰਛੀਆਂ ਦੀ ਜੋ ਉਮਰ ਹੈ ਉਹ ਬਹੁਤ ਹੀ ਵਧੀਆ ਇੱਕ ਰੋਲ ਪਲੇ ਕਰਦੀ ਹੈ ਆਂਡਿਆਂ ਦੇ ਚੰਗੇ ਉਤਪਾਦਨ ਵਿੱਚ। ਇਸ ਤੋਂ ਇਲਾਵਾ ਉਹਨਾਂ ਦਾ ਪੋਸ਼ਣ, ਜਿਸ ਵਿੱਚ ਕਿ ਸੰਤੁਲਿਤ ਖੁਰਾਕ ਹੋਣੀ ਚਾਹੀਦੀ ਹੈ, ਜੋ ਕਿ ਊਰਜਾ, ਪ੍ਰੋਟੀਨ, ਕੈਲਸ਼ੀਅਮ, ਜਿਸ ਵਿੱਚ ਆਦਿ ਸ਼ਾਮਿਲ ਹੋਣੇ ਜ਼ਰੂਰੀ ਹੁੰਦੇ ਹਨ। ਇਸ ਤੋਂ ਇਲਾਵਾ ਜੋ ਵੀ ਲਾਈਟ ਹੈ ਇਹ ਆਂਡੇ ਦੇ ਉਤਪਾਦਨ ਤੇ ਬਹੁਤ ਵਧੀਆ ਅਸਰ ਪਾਉਂਦੀ ਹੈ ਅਤੇ ਇਹ ਉਸਦੇ ਜਨਨ ਚੱਕਰ ਨੂੰ ਵੀ ਕੀ ਹੈ, ਉਤੇਜਿਤ ਕਰਦੀ ਹੈ। ਮੁਰਗੀਆਂ ਵਿੱਚ ਜੋ ਬਿਮਾਰੀ ਹੈ ਬਹੁਤ ਹੀ ਆਸਾਨੀ ਨਾਲ ਫੈਲ ਜਾਂਦੀਆਂ ਹਨ, ਜਿਵੇਂ ਕਿ ਫਾਊਲ ਪੌਕਸ ਜਾਂ ਫਿਰ ਅਵਾਈਨ ਇਨਫਲੂਐਂਜਾ। ਇਸ ਵਿੱਚ ਆਪਾਂ ਆਉਣ ਵਾਲੀਆਂ ਸਲਾਈਡ ਵਿੱਚ ਚਰਚਾ ਕਰਾਂਗੇ। ਇਸ ਤੋਂ ਇਲਾਵਾ ਸਰੀਰ ਦਾ ਭਾਰ, ਜਿਹੜਾ ਕਿ 1.5 ਕਿਲੋ ਇੱਕ ਔਸਤਨ ਭਾਰ ਮੰਨਿਆ ਜਾਂਦਾ ਹੈ ਇੱਕ ਮੁਰਗੀ ਦਾ। ਇਸ ਤੋਂ ਇਲਾਵਾ ਆਂਡੇ ਦੇਣ ਵਾਲਾ ਘਰ, ਜੋ ਕਿ ਇਸ ਨੂੰ ਚੋਰੀ, ਸ਼ਿਕਾਰ ਅਤੇ ਧੁੱਪ, ਹਵਾ ਦੇ ਜ਼ਿਆਦਾ ਪ੍ਰਭਾਵ ਤੋਂ ਕੀ ਹੈ, ਬਚਾਉਣ ਵਾਲਾ ਹੋਣਾ ਚਾਹੀਦਾ ਹੈ। ਰੌਸ਼ਨੀ ਦਾ ਪ੍ਰਬੰਧ, ਜੋ ਕੀ ਹੈ, ਕਿਉਂਕਿ ਆਂਡਿਆਂ ਦੇ ਉਤਪਾਦਨ ਨੂੰ ਬਹੁਤ ਸਾਰੀ ਰੌਸ਼ਨੀ ਚਾਹੀਦੀ ਹੁੰਦੀ ਹੈ, ਇਸ ਲਈ ਸਰਦੀ ਦੇ ਦਿਨਾਂ ਵਿੱਚ ਆਰਟੀਫਿਸ਼ੀਅਲ ਬਰੂਡਰ ਲਾਈਟਸ ਨੂੰ ਲਗਾ ਕੇ ਇਹਨਾਂ ਦੇ ਉਤਪਾਦਨ ਨੂੰ ਉਤੇਜਿਤ ਕੀਤਾ ਜਾਂਦਾ ਹੈ। ਪਿਆਰੇ ਬੱਚਿਓ, ਇਸ ਤੋਂ ਇਲਾਵਾ ਸਾਡੇ ਵੱਲੋਂ ਪੜ੍ਹਾਇਆ ਗਿਆ ਸੀ ਆਂਡਿਆਂ ਦਾ ਸੰਗ੍ਰਹਿ, ਜੋ ਕਿ ਦੋ ਤਰੀਕੇ ਨਾਲ ਕੀਤਾ ਜਾਂਦਾ ਹੈ। ਹੱਥੀ ਸੰਗ੍ਰਹਿ, ਜੋ ਕਿ ਸਵੇਰੇ 10 ਵਜੇ ਤੋਂ ਪਹਿਲਾਂ ਕਰ ਲੈਣਾ ਚਾਹੀਦਾ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਧੁੱਪ ਜਾਂ ਫਿਰ ਤਾਪਮਾਨ ਵੱਧਦਾ ਹੈ, ਆਂਡੇ ਦੇ ਉਤਪਾਦਨ ਨੂੰ ਜਾਂ ਆਂਡੇ ਦੀ ਗੁਣਵੱਤਾ ਦੇ ਉੱਤੇ ਭਾਰੀ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਕੁਝ ਹੁੰਦੇ ਹੈ ਮਸ਼ੀਨਾਂ ਦੇ ਨਾਲ, ਜਿਵੇਂ ਅੱਜ ਕੱਲ੍ਹ ਦੇ ਇੱਕ ਪਿੰਜਰਾ ਸਿਸਟਮ ਆਇਆ ਹੈ ਜਿਸ ਵਿੱਚ ਆਂਡਾ ਆਪਣੇ ਆਪ ਐਗ ਟਰੇ ਦੇ ਵਿੱਚ ਆ ਜਾਂਦਾ ਹੈ, ਆਸਾਨੀ ਨਾਲ ਉੱਥੋਂ ਆਟੋਮਾਈਜ਼ਰ ਉਹਨੂੰ ਪਿਕ ਕਰ ਲੈਂਦੇ ਹਨ।
ਇਸ ਤੋਂ ਇਲਾਵਾ ਦੱਸਿਆ ਗਿਆ ਸੀ ਤੁਹਾਨੂੰ ਆਂਡੇ ਦੀ ਸਫਾਈ ਮੁੱਖ ਤਰੀਕੇ ਤੇ ਦੋ ਤਰੀਕੇ ਨਾਲ ਹੁੰਦੀ ਹੈ। ਸੁੱਕੀ ਸਫਾਈ, ਜਿਸ ਵਿੱਚ ਇੱਕ ਰੋਗਾਣੂ ਮੁਕਤ ਸਾਫ਼ ਕੱਪੜੇ ਦੀ ਵਰਤੋਂ ਨਾਲ ਆਂਡੇ ਨੂੰ ਸਾਫ਼ ਕਰ ਦਿੱਤਾ ਜਾਂਦਾ ਹੈ ਤਾਂ ਕਿ ਇਸ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਬਿੱਠ, ਕੋਈ ਦਾਗ ਰਹਿ ਨਾ ਜਾਵੇ। ਇਸ ਤੋਂ ਇਲਾਵਾ ਇੱਕ ਹੁੰਦੀ ਹੈ ਗਿੱਲੀ ਸਫਾਈ, ਜੋ ਕਿ ਜਿਸ ਵਿੱਚ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਆਂਡੇ ਨੂੰ ਕਦੇ ਵੀ ਪਾਣੀ ਦੇ ਵਿੱਚ ਡੋਬਣਾ ਨਹੀਂ ਚਾਹੀਦਾ, ਕਿਉਂਕਿ ਇਸ ਦੇ ਨਾਲ ਕੁਝ ਜਿਹੜੇ ਰੋਗਾਣੂ ਜਾਂ ਸੂਖਮ ਜੀਵ ਹੁੰਦੇ ਹਨ ਉਹ ਅੰਦਰਲੀ ਸਤਹ ਦੇ ਵਿੱਚ ਜਾਂ ਆਂਡੇ ਦੇ ਅੰਦਰ ਈਜ਼ੀਲੀ ਪ੍ਰਵੇਸ਼ ਕਰ ਜਾਂਦੇ ਹਨ। ਆਂਡੇ ਦੀ ਆਵਾਜਾਈ, ਤੁਹਾਨੂੰ ਪਤਾ ਹੈ ਕਿ ਆਂਡੇ ਦੀ ਮਾਰਕੀਟਿੰਗ ਦੇ ਲਈ ਆਂਡੇ ਦੀ ਆਵਾਜਾਈ ਇੱਕ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਆਂਡੇ ਦੀ ਪੈਕਿੰਗ ਕੀਤੀ ਜਾਂਦੀ ਹੈ ਡੱਬਿਆਂ ਦੇ ਵਿੱਚ, ਬਕਸਿਆਂ ਦੇ ਵਿੱਚ, ਅਤੇ ਫਿਰ ਉਸਨੂੰ ਦੂਰ ਅਤੇ ਨੇੜੇ ਦੀ ਮੰਡੀ ਦੇ ਵਿੱਚ ਉਸਦਾ ਮੰਡੀਕਰਨ ਕੀਤਾ ਜਾਂਦਾ ਹੈ। ਲੰਬੀ ਦੂਰੀ ਦੇ ਲਈ ਤੁਹਾਨੂੰ ਆਂਡਿਆਂ ਦੀ ਪੈਕਿੰਗ ਉੱਪਰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਿਹੜੇ ਕਾਮੇ ਹੈ ਉਹਨਾਂ ਨੂੰ ਲੋਡਿੰਗ ਅਤੇ ਅਨਲੋਡਿੰਗ ਸਮੇਂ ਕੁਝ ਖਾਸ ਹਦਾਇਤਾਂ ਦੇਣੀਆਂ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਆਪਾਂ ਗੱਲ ਕੀਤੀ ਸੀ ਆਂਡੇ ਦੀ ਗੁਣਵੱਤਾ। ਆਂਡੇ ਦੀ ਗੁਣਵੱਤਾ ਜਿੱਦਾਂ ਜ਼ਰਦੀ, ਸਫੈਦੀ, ਆਂਡਾ ਸ਼ੈੱਲ, ਇਹ ਕੀ ਇਸ ਦੇ ਮੁੱਖ ਕੁਝ ਹਿੱਸੇ ਹੁੰਦੇ ਹਨ। ਜਿੱਦਾਂ ਕਿ ਤੁਹਾਨੂੰ ਇਸ ਡਾਇਗ੍ਰਾਮ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ, ਆਂਡੇ ਦੇ ਵੱਖ-ਵੱਖ ਹਿੱਸੇ, ਜਿਹੜੀ ਵਿਚਾਲੇ ਤੁਸੀਂ ਯੈਲੋ ਪੋਰਸ਼ਨ ਦੇਖ ਰਹੇ ਹੋ ਉਸਨੂੰ ਜ਼ਰਦੀ ਬੋਲਿਆ ਜਾਂਦਾ ਹੈ। ਇੱਕ ਆਂਡੇ ਦੀ ਸ਼ੈੱਲ ਜੋ ਕਿ ਕੈਲਸ਼ੀਅਮ ਕਾਰਬੋਨੇਟ ਦੀ ਹਾਰਡ ਵਾਲੀ ਸ਼ੈੱਲ ਬਣੀ ਹੁੰਦੀ ਹੈ, ਅਤੇ ਜੋ ਵਾਈਟ ਵਾਲਾ ਹਿੱਸਾ ਹੁੰਦਾ ਹੈ ਇਸਨੂੰ ਆਂਡੇ ਦੀ ਸਫੇਦੀ ਵਜੋਂ ਜਾਣਿਆ ਜਾਂਦਾ ਹੈ। ਆਂਡੇ ਨੂੰ ਪਰਖਣ ਦੇ ਬੇਟਾ ਦੋ ਤਰੀਕੇ ਦੇ ਗੁਣ ਹੁੰਦੇ ਹਨ। ਇੱਕ ਉਹਦੀ ਬਾਹਰੀ ਲੁੱਕ, ਉਹ ਦੇਖਣ ਵਿੱਚ ਬਾਹਰੋਂ ਕਿਵੇਂ ਹੈ, ਤੇ ਇੱਕ ਹੁੰਦੀ ਹੈ ਉਸਦੇ ਅੰਦਰੂਨੀ ਗੁਣ। ਜਿੱਦਾਂ ਬਾਹਰੀ ਗੁਣਾਂ ਦੇ ਵਿੱਚ ਉਹਦੇ ਆਂਡੇ ਦਾ ਆਕਾਰ ਦੇਖਿਆ ਜਾਂਦਾ ਹੈ। ਗੋਲ ਜਿਹੜੇ ਆਂਡੇ ਹੈ ਉਹ ਜੋ ਹੈ ਖਪਤਕਾਰਾਂ ਵੱਲੋਂ ਪਸੰਦ ਨਹੀਂ ਕੀਤੇ ਜਾਂਦੇ। ਇਸ ਤੋਂ ਇਲਾਵਾ ਜੋ ਹੈ ਸ਼ੈੱਲ ਦਾ ਰੰਗ, ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਹੀ ਪਾ ਰਹੇ ਹੋ ਕਿ ਇੱਕ ਆਂਡੇ ਦੇ ਉੱਤੇ ਕੁਝ ਚਟਾਕ ਜਾਂ ਕੁਝ ਦਾਗ ਜਾਂ ਫਿਰ ਆਂਡੇ ਦਾ ਜੋ ਕਲਰ ਹੈ ਉਹ ਡਿਫਰੈਂਟ ਹੈ। ਤਾਂ ਇਸ ਤਰੀਕੇ ਦੀ ਸਕਿੱਲ ਜੋ ਹੈ ਅਸੀਂ ਤੁਹਾਨੂੰ ਹਮੇਸ਼ਾ ਹੀ ਸਿਖਾਈ ਅਤੇ ਪੜ੍ਹਾਈ ਹੈ। ਨੈਕਸਟ ਹੈ ਆਂਡੇ ਦੇ ਅੰਦਰੂਨੀ ਗੁਣ, ਜਿਹੜੇ ਕਿ ਤੁਸੀਂ ਜ਼ਰਦੀ, ਸਫੈਦੀ ਜਾਂ ਫਿਰ ਵਾਯੂ ਸ਼ੈੱਲ ਦੇਖ ਪਾ ਰਹੇ ਹੋ। ਇੱਕ ਚੰਗੇ ਆਂਡੇ ਦੇ ਇਹ ਅੰਦਰੂਨੀ ਗੁਣ ਹੁੰਦੇ ਹਨ। ਆਂਡੇ ਦੇ ਅੰਦਰੂਨੀ ਗੁਣਾਂ ਨੂੰ ਚੈੱਕ ਕਰਨ ਦੇ ਲਈ ਸਾਡੇ ਵੱਲੋਂ ਤੁਹਾਨੂੰ ਇੱਕ ਕੈਂਡਲਿੰਗ ਪ੍ਰੋਸੈਸ ਕਰਵਾਇਆ ਗਿਆ ਸੀ। ਕੈਂਡਲਿੰਗ ਪ੍ਰੋਸੈਸ ਦੇ ਵਿੱਚ ਜਾਂ ਤਾਂ ਟਾਰਚ ਲਾਈਟ ਦੀ ਮਦਦ ਦੇ ਨਾਲ ਤੁਸੀਂ ਆਂਡੇ ਦੇ ਗੁਣਾਂ ਨੂੰ ਚੈੱਕ ਕਰ ਸਕਦੇ ਹੋ, ਜਾਂ ਫਿਰ ਇੱਕ ਮੋਮਬੱਤੀ ਦੀ ਸਹਾਇਤਾ ਦੇ ਨਾਲ ਆਂਡੇ ਦੇ ਜਿਹੜਾ ਵੱਡਾ ਸਿਰਾ ਹੁੰਦਾ ਹੈ ਉਸਨੂੰ ਆਂਡੇ ਦੇ ਟਾਰਚ ਦੇ ਉੱਪਰ ਰੱਖ ਕੇ ਤੁਸੀਂ ਇਸ ਦੇ ਵੱਖ-ਵੱਖ ਜੋ ਹਿੱਸੇ ਆ ਉਸਨੂੰ ਈਜ਼ੀਲੀ ਦੇਖ ਪਾਓਗੇ, ਅਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਚੱਲ ਜਾਏਗਾ ਕਿ ਆਂਡੇ ਦੀ ਕੁਆਲਿਟੀ ਕਿਹੋ ਜਿਹੀ ਹੈ। ਇਸ ਵਿੱਚ ਕਿਸੇ ਤਰੀਕੇ ਦਾ ਕੋਈ ਖੂਨ ਦਾ ਜਾਂ ਫਿਰ ਕੋਈ ਵੈਸੇ ਕੋਈ ਚਟਾਕ, ਕੋਈ ਦਾਗ ਤਾਂ ਨਹੀਂ। ਹੁਣ ਆਪਾਂ ਗੱਲ ਕਰਦੇ ਹਾਂ ਪੋਲਟਰੀ ਪੰਛੀਆਂ ਵਿੱਚ ਫੈਲਣ ਵਾਲੀਆਂ ਵੱਖ-ਵੱਖ ਤਰੀਕੇ ਦੀਆਂ ਬਿਮਾਰੀਆਂ, ਜਿਵੇਂ ਕਿ ਪੰਛੀ ਹੈਜਾ, ਜੋ ਕਿ ਆਮ ਤੌਰ ਤੇ ਮੁਰਗੀਆਂ ਦੇ ਵਿੱਚ ਈਜ਼ੀਲੀ ਟਰਾਂਸਫਰ ਹੋ ਜਾਂਦਾ ਹੈ। ਇਸ ਵਿੱਚ ਜੋ ਹੈ ਮੁਰਗੀਆਂ ਦਾ ਜੋ ਗਲ ਹੈ ਉਹ ਸੁੱਜ ਜਾਂਦਾ ਹੈ ਤੇ ਉਹਨਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ। ਨੈਕਸਟ ਜੋ ਬਿਮਾਰੀ ਹੈ ਉਹ ਹੈ ਕੋਕੋਸੀਡੀਓਸਿਸ। ਇਹ ਬਹੁਤ ਹੀ ਘਾਤਕ ਬਿਮਾਰੀ ਹੈ ਅਤੇ ਇਹ ਜੋ ਹੈ ਪੋਲਟਰੀ ਉਤਪਾਦ ਉੱਤੇ ਬਹੁਤ ਹੀ ਭਾਰੀ ਅਸਰ ਪਾਉਂਦੀ ਹੈ। ਇਸ ਵਿੱਚ ਮੁਰਗੀਆਂ ਨੂੰ ਚਿੱਟੇ ਰੰਗ ਦੇ ਦਸਤ ਲੱਗ ਜਾਂਦੇ ਹਨ। ਨੈਕਸਟ ਹੈ ਅਵਾਈਨ ਇਨਫਲੂਐਂਜਾ, ਜਿਸ ਨੂੰ ਬਰਡ ਫਲੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਿਆਰੇ ਬੱਚਿਓ, ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਮੇਂ ਪਹਿਲਾਂ ਇਸ ਬਿਮਾਰੀ ਦਾ ਪ੍ਰਕੋਪ ਬਹੁਤ ਹੀ ਜ਼ਿਆਦਾ ਸੀ, ਅਤੇ ਇੰਨਾ ਜ਼ਿਆਦਾ ਸੀ ਕਿ 24 ਘੰਟਿਆਂ ਦੇ ਵਿੱਚ ਇੱਕ ਬਹੁਤ ਹੀ ਹਜ਼ਾਰਾਂ 2000 ਦੀ ਜੋ ਬੱਗ ਹੈ, ਝੁੰਡ ਹੈ, ਉਹ ਈਜ਼ੀਲੀ ਇਸ ਬਿਮਾਰੀ ਦੇ ਨਾਲ ਮਰ ਸਕਦਾ ਹੈ। ਫਿਰ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਫਸਟ ਏਡ ਕਿੱਟ, ਜੋ ਕਿ ਕੁਝ ਬਾਹਰੀ ਵਰਤੋਂ ਦੇ ਲਈ, ਕੁਝ ਬਾਹਰੀ ਸੱਟ ਦੇ ਲਈ, ਜਿਵੇਂ ਐਂਟੀਬਾਇਓਟਿਕ ਦੀ ਆਪਾਂ ਵਰਤੋਂ ਕਰਦੇ ਹਾਂ, ਜਾਂ ਫਿਰ ਐਂਟੀਮਾਈਟ ਟ੍ਰੀਟਮੈਂਟ, ਜਾਂ ਫਿਰ ਐਪਸੋਲੋਨ ਲੂਣ। ਇਸ ਦੀ ਵਰਤੋਂ ਮੁੱਖ ਤੌਰ ਤੇ ਆਂਡੇ ਦੇਣ ਵਾਲੀਆਂ ਮੁਰਗੀਆਂ ਨੂੰ ਇੱਕ ਗਰਮ ਪਾਣੀ ਦੇ ਵਿੱਚ ਪਾ ਕੇ ਉਸਨੂੰ ਇਸ਼ਨਾਨ ਕਰਵਾ ਦਿੱਤਾ ਜਾਂਦਾ ਹੈ, ਅਤੇ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਖੁਸ਼ਬੂ ਵਾਲਾ ਪਦਾਰਥ ਨਹੀਂ ਵਰਤਣਾ ਚਾਹੀਦਾ। ਨੈਕਸਟ ਅਜਿਹੀਆਂ ਕੁਝ ਬਿਮਾਰੀਆਂ, ਕੁਝ ਸੱਟ, ਕੁਝ ਚੋਟ ਅਜਿਹੀਆਂ ਹੁੰਦੀਆਂ ਜੋ ਕਿ ਅੰਦਰੂਨੀ ਹੁੰਦੀਆਂ ਹਨ, ਤਾਂ ਉਹਨਾਂ ਦੇ ਲਈ ਮੁੱਖ ਤੌਰ ਤੇ ਐਸਪਰੀਨ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਮੈਂ ਐਸਪਰੀਨ ਦੀ ਵਰਤੋਂ ਚੂਚਿਆਂ ਦੀ ਸਿਹਤ ਦੇ ਉੱਤੇ ਨੁਕਸਾਨ ਪਾਉਂਦੀ ਹੈ, ਇਸ ਲਈ ਇਸ ਦਾ ਪ੍ਰਯੋਗ ਚੂਚਿਆਂ ਦੇ ਲਈ ਨਹੀਂ ਕੀਤਾ ਜਾਂਦਾ। ਨੈਕਸਟ ਆਪਾਂ ਆਂਡਿਆਂ ਦੀ ਸਫਾਈ ਬਾਰੇ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਦੋ ਤਰੀਕੇ ਨਾਲ ਸਫਾਈ ਹੁੰਦੀ ਹੈ, ਇੱਕ ਖੁਸ਼ਕ ਅਤੇ ਇੱਕ ਗਿੱਲੀ ਸਫਾਈ। ਹੁਣ ਆਪਾਂ ਗੱਲ ਕਰਦੇ ਹਾਂ ਆਂਡਿਆਂ ਦੀ ਪੈਕਿੰਗ ਬਾਰੇ। ਆਂਡਿਆਂ ਦੀ ਪੈਕਿੰਗ ਦੇ ਲਈ ਬਹੁਤ ਸਾਰੇ ਤਰੀਕੇ ਦੇ ਬਣੇ ਹੋਏ ਪਦਾਰਥ, ਜਿਵੇਂ ਗੱਤੇ ਅਤੇ ਪਲਾਸਟਿਕ ਦੀਆਂ ਟਰੇਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਹੁਣ ਆਪਾਂ ਸਾਰਾ ਕੁਛ ਇਹ ਤੁਹਾਨੂੰ ਇੱਕ NSQF ਸਬਜੈਕਟ ਦੇ ਵਿੱਚ ਪੜ੍ਹਾਇਆ ਗਿਆ ਹੈ। ਪਿਆਰੇ ਬੱਚਿਓ, ਇਸ ਸਕਿੱਲ, ਇਸ ਹੁਨਰ ਨੂੰ ਜਾਣਨ ਤੋਂ ਬਾਅਦ ਅਖੀਰ ਮੈਂ ਗੱਲ ਕਰਦੀ ਹਾਂ ਕਿ ਪੋਲਟਰੀ ਫਾਰਮਿੰਗ ਦੇ ਕੀ ਫਾਇਦੇ ਹਨ ਅਤੇ ਕਿਉਂ ਇਹ ਤੁਹਾਡੇ ਸਿਲੇਬਸ ਵਿੱਚ ਐਡ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਇਸ ਵਿੱਚ ਘੱਟ ਪੂੰਜੀ ਦੀ ਲੋੜ ਹੁੰਦੀ ਹੈ। ਤੁਸੀਂ 3 ਜਾਂ 4 ਮੁਰਗੀਆਂ ਦੇ ਨਾਲ ਆਪਣੀ ਇਸ ਬਿਜ਼ਨਸ ਨੂੰ ਸਟਾਰਟ ਕਰ ਸਕਦੇ ਹੋ। ਇਸ ਲਈ ਵੱਡੀ ਥਾਂ ਦੀ ਲੋੜ ਨਹੀਂ ਹੁੰਦੀ। ਕੁਛ ਇੱਕ ਘਰ ਦੇ ਵਿੱਚ ਥੋੜ੍ਹੀ ਜਿਹੀ ਜਗ੍ਹਾ ਦੇ ਉੱਤੇ ਹੀ ਤੁਸੀਂ ਮੁਰਗੀਆਂ ਦਾ ਪਾਲਣ ਪੋਸ਼ਣ ਕਰ ਸਕਦੇ ਹੋ। ਥੋੜ੍ਹੇ ਸਮੇਂ ਵਿੱਚ ਉੱਚ ਰਿਟਰਨ, ਕਿਉਂਕਿ ਮੁਰਗੀਆਂ ਹਰ ਤੀਸਰੇ ਦਿਨ ਆਂਡਾ ਦਿੰਦੀਆਂ ਹਨ, ਇਸ ਲਈ ਆਂਡੇ ਦਾ ਉਤਪਾਦਨ ਬਹੁਤ ਜ਼ਿਆਦਾ ਹੈ। ਆਂਡਿਆਂ ਨੂੰ ਵੇਚ ਕੇ ਤੁਸੀਂ ਸਮੇਂ ਸਿਰ ਪੈਸੇ ਕਮਾ ਸਕਦੇ ਹੋ। ਨੈਕਸਟ ਹੈ ਉੱਚ ਰੱਖ ਰਖਾਵ ਦੀ ਲੋੜ ਨਹੀਂ ਹੁੰਦੀ। ਕਿਸੇ ਵੀ ਤਰੀਕੇ ਦੀ ਸਕਿੱਲ ਨੌਲੇਜ ਦੀ ਲੋੜ ਨਹੀਂ ਹੁੰਦੀ। ਇੱਕ ਆਮ ਮਹਿਲਾ ਵੀ ਇਸ ਧੰਦੇ ਨੂੰ ਈਜ਼ੀਲੀ ਮੇਨਟੇਨ ਕਰ ਸਕਦੀ ਹੈ। ਨੈਕਸਟ, ਕਿਸੇ ਲਾਇਸੈਂਸ ਦੀ ਲੋੜ ਨਹੀਂ। ਪਿਆਰੇ ਬੱਚਿਓ, ਜਿਸ ਤਰੀਕੇ ਨਾਲ ਤੁਸੀਂ ਜਾਣਦੇ ਹੋ ਕਿ ਡੇਅਰੀ ਫਾਰਮ ਦੇ ਧੰਦੇ ਵਿੱਚ ਤੁਹਾਨੂੰ ਇੱਕ ਲਾਇਸੈਂਸ ਦੀ ਲੋੜ ਹੁੰਦੀ ਹੈ ਉਸ ਨੂੰ ਸਟਾਰਟ ਕਰਨ ਲਈ, ਉਸ ਨੂੰ ਰਜਿਸਟਰਡ ਕਰਨ ਲਈ, ਉਸ ਤਰੀਕੇ ਦੀ ਕੋਈ ਵੀ ਜੋ ਹੈ ਇਸ ਵਿੱਚ ਜ਼ਰੂਰਤ ਨਹੀਂ ਹੁੰਦੀ ਕਿਸੇ ਵੀ ਤਰੀਕੇ ਦੀ ਲਾਇਸੈਂਸ ਦੀ। ਨੈਕਸਟ ਹੈ ਵੱਡੀ ਗਲੋਬਲ ਮੰਗ, ਕਿਉਂਕਿ ਇਹ ਹਾਈਲੀ ਪ੍ਰੋਟੀਨ ਦਾ ਇੱਕ ਸੋਰਸ ਹੈ, ਇਸ ਦਾ ਮੀਟ ਅਤੇ ਆਂਡੇ, ਇਸ ਲਈ ਇਸ ਨੂੰ ਗਲੋਬਲ ਪੱਧਰ ਤੇ ਇਸ ਦੀ ਮੰਗ ਬਹੁਤ ਜ਼ਿਆਦਾ ਹੈ। ਈਵਨ ਆਪਣੀ ਸਥਾਨਿਕ ਮਾਰਕੀਟ ਦੇ ਵਿੱਚ ਵੀ ਆਂਡਿਆਂ ਦੀ ਜੋ ਵੈਲਿਊ ਹੈ ਉਸ ਦੀ ਕੀਮਤ ਬਹੁਤ ਜ਼ਿਆਦਾ ਹੈ। ਨੈਕਸਟ ਹੈ ਆਸਾਨ ਮਾਰਕੀਟਿੰਗ, ਤੁਸੀਂ ਇਸ ਨੂੰ ਈਜ਼ੀਲੀ ਜੋ ਹੈ ਇਸ ਦੀ ਮਾਰਕੀਟਿੰਗ ਕਰ ਸਕਦੇ ਹੋ। ਇਹ ਬਹੁਤ ਹੀ ਇੱਕ ਵਧੀਆ ਆਮਦਨ ਅਤੇ ਰੋਜ਼ਗਾਰ ਦਾ ਮੌਕਾ ਹੁੰਦੇ ਹਨ। ਇਸ ਲਈ ਪਿਆਰੇ ਬੱਚਿਓ, ਇਹ ਸਿਲੇਬਸ ਤੁਹਾਡੇ ਲਈ ਐਡ ਕੀਤਾ ਗਿਆ ਹੈ। ਤੁਹਾਨੂੰ ਇਸ ਬਾਰੇ ਸਕਿੱਲ, ਕੁਝ ਹੁਨਰ ਸਿਖਾਏ ਗਏ ਹਨ ਤੇ ਇਹਨਾਂ ਹੁਨਰਾਂ ਦੀ ਹੈਲਪ ਦੇ ਨਾਲ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗਾ ਰੋਜ਼ਗਾਰ ਜੋ ਹੈ ਪ੍ਰਾਪਤ ਕਰ ਸਕਦੇ ਹੋ। ਧੰਨਵਾਦ।